ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਬੋਧ ਗਿਆ ਵਿੱਚ ਹੋਏ ਬੰਬ ਧਮਾਕਿਆਂ ਨਾਲ ਇੱਕ ਵਾਰ ਫਿਰ ਅੱਤਵਾਦ ਚਰਚਾ ਦੇ ਕੇਂਦਰ ਵਿੱਚ ਹੈ। ਸੁਰੱਖਿਆ ਅਤੇ ਖੁਫੀਆ ਏਜੰਸੀਆਂ ਅਗੇਤੀ ਜਾਣਕਾਰੀ ਹੋਣ ਦਾ ਦਾਅਵਾ ਕਰ ਰਹੀਆਂ ਨੇ। ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਸਿਆਸਤ ਨਾ ਕਰਨ ਦੀ ਸਲਾਹ ਦੇ ਰਹੀਆਂ ਨੇ ਅਤੇ ਆਪ ਸਿਆਸਤ ਕਰ ਰਹੀਆਂ ਨੇ। ਇਸ ਵਾਰ ਵੱਖਰੀ ਗੱਲ ਇਹ ਹੈ ਕਿ ਹਮਲਾ ਬੋਧੀ ਧਰਮ ਦੇ ਅਹਿਮ ਤੀਰਥ ਅਸਥਾਨ ਉੱਤੇ ਹੋਇਆ ਹੈ। ਬੋਧ ਗਿਆ ਵਿੱਚ ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਅਤੇ ਉਹਨਾਂ ਨੇ ਅਮਨ ਸ਼ਾਂਤੀ ਨਾਨ ਵਾਇਲੈਂਸ ਦਾ ਸੁਨੇਹਾ ਦਿੱਤਾ ਸੀ। ਹੁਣ ਉਸੇ ਥਾਂ ਉੱਤੇ ਹੋਏ ਬੰਬ ਧਮਾਕਿਆਂ ਨੂੰ ਕਿਵੇਂ ਸਮਝਿਆ ਜਾਏ? ਬੰਬ ਧਮਾਕਿਆਂ ਨਾਲ ਅੱਤਵਾਦ ਦੇ ਖਤਰੇ ਦੀ ਚਰਚਾ ਪੁਖਤਾ ਹਵਾਲਿਆਂ ਦੇ ਨਾਲ ਹੋਣ ਲੱਗਦੀ ਹੈ। ਅਜਿਹੇ ਮੌਕਿਆਂ ਉੱਤੇ ਆਮ ਤੌਰ ਉੱਤੇ ਇੱਕ ਖਾਸ ਤਰ੍ਹਾਂ ਦੀ ਮਸ਼ਕ ਹੁੰਦੀ ਹੈ। ਪਹਿਲਾਂ ਖੂਫੀਆ ਜਾਣਕਾਰੀ ਨੂੰ ਨਜ਼ਰ ਅੰਦਾਜ਼ ਕਰਨ ਦਾ ਸਵਾਲ ਉੱਠਦਾ ਹੈ ਤੇ ਮੁੜ ਕੇ ਕੁਝ ਬੰਦਿਆਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਜਾਂਚ ਏਜੰਸੀਆਂ ਦੀ ਕਾਹਲ ਕਦਮੀ ਉੱਤੇ ਸਵਾਲ ਕੀਤੇ ਜਾਂਦੇ ਨੇ। ਇਹ ਸਭ ਕੁਝ ਹੁਣ ਵੀ ਹੋ ਰਿਹਾ ਹੈ। ਇਸ ਵਾਰ ਸਭ ਤੋਂ ਅਹਿਮ ਪੱਖ ਇਹ ਹੈ ਕਿ ਬੋਧ ਗਿਆ ਦਾ ਬੋਧੀ ਮੰਦਰ ਇਸ ਹਮਲੇ ਲਈ ਕਿਉਂ ਚੁਣਿਆ ਗਿਆ। ਇਹਨਾਂ ਬੰਬ ਧਮਾਕਿਆਂ ਬਾਬਤ ਵੇਖਣ ਵਾਲਾ ਸਵਾਲ ਇਹੋ ਹੈ ਕਿ ਕੀ ਹਮਲਾਵਰਾਂ ਨੇ ਸੁਖਾਲਾ ਨਿਸ਼ਾਨਾ ਚੁਣਿਆ ਜਾਂ ਉਹਨਾਂ ਦੇ ਨਿਸ਼ਾਨੇ ਦੇ ਹੋਰ ਵੀ ਮਾਨੇ ਨੇ। ਪਿਛਲੇ ਸਾਲਾਂ ਦੌਰਾਨ ਬੋਧੀਆਂ ਅੰਦਰ ਖਾੜਕੂ ਤੱਤ ਵੱਧ ਰਿਹਾ ਹੈ, ਜਿਸ ਦੀਆਂ ਗਵਾਹੀਆਂ ਪੂਰਬੀ ਏਸ਼ੀਆ ਵਿੱਚੋਂ ਮਿਲਦੀਆਂ ਨੇ। ਬਰਮਾ ਮਤਲਬ ਕਿ ਮਿਆਂਮਾਰ ਤੋਂ ਲੈ ਕੇ ਥਾਈਲੈਂਡ, ਮਲੇਸ਼ੀਆ ਅਤੇ ਸ਼੍ਰੀਲੰਕਾ ਵਿੱਚ ਇਹ ਰੁਝਾਨ ਦਰਜ ਹੋਇਆ ਹੈ। ਬੋਧ ਗਿਆ ਦੇ ਬੰਬ ਧਮਾਕਿਆਂ ਨੂੰ ਇਹਨਾਂ ਮੁਲਕਾਂ ਵਿੱਚ ਵੱਧ ਰਹੇ ਬੋਧੀ ਖਾੜਕੂ ਤੱਤ ਦੇ ਜਵਾਬ ਵਜੋਂ ਵੀ ਪੇਸ਼ ਕੀਤਾ ਜਾ ਰਿਹਾ ਹੈ। ਜੇ ਇਹਨਾਂ ਬੰਬ ਧਮਾਕਿਆਂ ਨੂੰ ਖੁਫੀਆ ਤੇ ਸੁਰੱਖਿਆ ਏਜੰਸੀਆਂ ਦੇ ਦਾਅਵਿਆਂ ਦੇ ਹਵਾਲੇ ਨਾਲ ਵੇਖਿਆ ਜਾਏ ਤਾਂ ਸਵਾਲ ਕਈ ਹੋਰ ਵੀ ਬਣਦੇ ਨੇ। ਕੀ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਦੀ ਹਰ ਸੂਹ ਨੂੰ ਠੋਸ ਖਦਸ਼ਾ ਮੰਨਿਆ ਜਾ ਸਕਦਾ ਹੈ ਅਤੇ ਸਾਰਾ ਜ਼ੋਰ ਸੁਰੱਖਿਆ ਬੰਦੋਬਸਤ ਮਜ਼ਬੂਤ ਕਰਨ ਉੱਤੇ ਲਾਇਆ ਜਾ ਸਕਦਾ ਹੈ? ਦੂਜਾ ਪੱਖ ਇਹ ਵੀ ਹੈ ਕਿ ਭਾਰਤ ਦੀਆਂ ਗੁਆਂਢੀ ਮੁਲਕਾਂ ਨਾਲ ਲੱਗਦੀਆਂ ਸਰਹੱਦਾਂ ਨੂੰ ਅੱਤਵਾਦੀਆਂ ਦਾ ਲਾਂਘਾ ਬਣਨ ਤੋਂ ਕਿਵੇਂ ਬਚਾਇਆ ਜਾਏ। ਹੋਰ ਸਵਾਲ ਆਮ ਸ਼ਹਿਰੀਆਂ ਦੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ ਹੈ। ਜੇ ਸੁਰੱਖਿਆ ਦੇ ਨਾਂ ਉੱਤੇ ਆਮ ਸ਼ਹਿਰੀਆਂ ਦੀ ਖੱਜਲ ਖੁਆਰੀ ਠੀਕ ਨਹੀਂ ਹੈ ਤਾਂ ਆਮ ਸ਼ਹਿਰੀ ਦਾ ਅੱਤਵਾਦ ਦੇ ਖਿਲਾਫ ਲੜਾਈ ਵਿੱਚ ਕੀ ਯੋਗਦਾਨ ਹੋ ਸਕਦਾ ਹੈ? ਸੁਰੱਖਿਆ ਅਤੇ ਅੱਤਵਾਦ ਦੇ ਨਾਮ ਉੱਤੇ ਕਈ ਦਲੀਲਾਂ ਦਿੱਤੀਆਂ ਜਾਂਦੀਆਂ ਨੇ। ਸੁਰੱਖਿਆ ਤੇ ਖੁਫੀਆ ਏਜੰਸੀਆਂ ਨੂੰ ਵੱਧ ਅਖਤਿਆਰ ਦੇਣ ਦੀ ਗੱਲ ਹੁੰਦੀ ਹੈ। ਹਾਲੇ ਤੱਕ ਤਾਂ ਨਹੀਂ, ਪਰ ਤਕਰੀਬਨ ਤੈਅ ਹੈ ਕਿ ਆਉਂਦੇ ਦਿਨਾਂ ਵਿੱਚ ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੀ ਤਜਵੀਜ਼ ਮੁੜ ਕੇ ਚਰਚਾ ਵਿੱਚ ਆਏਗੀ। ਮੌਜੂਦਾ ਮਾਹੌਲ ਦੀ ਪੇਚੀਦਗੀ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਕੁਝ ਤੈਅ ਦਲੀਲਾਂ ਹੀ ਮੁੜ ਕੇ ਦੁਹਰਾਈਆਂ ਜਾ ਰਹੀਆਂ ਨੇ। ਲੱਗਣ ਇਹ ਲੱਗ ਪਿਆ ਹੈ ਕਿ ਹੁਣ ਸਿਰਫ ਰੱਬ ਹੀ ਗੁੰਝਲਦਾਰ ਬੁਝਾਰਤ ਨਹੀਂ ਹੈ, ਸਗੋਂ ਅੱਤਵਾਦ ਅਤੇ ਸੁਰੱਖਿਆ ਦੀਆਂ ਬੁਝਾਰਤਾਂ ਵੀ ਸਾਤੋਂ ਸਮਝ ਨਹੀਂ ਆ ਰਹੀਆਂ। ਇਹਨਾਂ ਬੁਝਾਰਤਾਂ ਨੂੰ ਬੁੱਝਣ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਪ੍ਰੋਫੈਸਰ BS ਘੁੰਮਣ, ਜੋ ਪੰਜਾਬ ਯੂਨੀਵਰਸਿਟੀ ਵਿੱਚ ਪਬਲਿਕ ਐਡਮਿਨਿਸਟ੍ਰੇਸ਼ਨ ਪੜ੍ਹਾਉਂਦੇ ਨੇ, ਭੁਪਿੰਦਰ ਸਿੰਘ, ਜੋ ਪੱਛਮੀ ਬੰਗਾਲ ਵਿੱਚ ਪੁਲਿਸ ਦੇ ਮੁਖੀ ਰਹੇ ਨੇ, ਜਾਨਕੀ ਸ਼੍ਰੀਨਿਵਾਸਨ, ਜੋ ਪੰਜਾਬ ਯੂਨੀਵਰਸਿਟੀ ਵਿੱਚ ਪੋਲੀਟੀਕਲ ਸਾਇੰਸ ਪੜ੍ਹਾਉਂਦੇ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਪ੍ਰੋਫੈਸਰ ਘੁੰਮਣ, ਜਿਹੜੇ ਇਹ ਹਮਲੇ ਹੋਏ ਨੇ ਬੋਧ ਗਿਆ ਦੇ ਵਿੱਚ, ਇਹਨਾਂ ਨੂੰ ਜੋ ਪਹਿਲਾਂ ਦੇ ਹਮਲੇ ਨੇ, ਚਾਹੇ ਉਹ ਹੈਦਰਾਬਾਦ ਦੇ ਹੋਣ ਜਾਂ ਉਹ ਤੋਂ ਪੁਰਾਣੇ ਹੋਣ, ਉਹਨਾਂ ਦੀ ਕੜੀ ਵਜੋਂ ਹੀ ਦੇਖਿਆ ਜਾ ਸਕਦਾ ਜਾਂ ਇਹਦੇ ਵਿੱਚ ਕੋਈ ਵੱਖਰੀ ਗੱਲ ਹੈ? ਇਹ ਦੋਨੋਂ ਐਸਪੈਕਟ ਹੈ। ਕੜੀ ਵਜੋਂ ਤਾਂ ਕਿਉਂਕਿ ਪਹਿਲਾਂ ਪੋਲੀਟੀਕਲ ਸਟੈਬਲਿਸ਼ਮੈਂਟ 'ਤੇ ਵੀ ਅਟੈਕ ਹੋਇਆ, ਰਿਲੀਜੀਅਸ ਪਲੇਸਿਸ 'ਤੇ ਵੀ ਅਟੈਕ ਹੋਇਆ, ਜਿਵੇਂ ਗੁਜਰਾਤ ਦੇ ਵਿੱਚ ਹੋਇਆ ਜਾਂ ਬਾਕੀ ਜਗ੍ਹਾ 'ਤੇ ਹੋਇਆ। ਉਸ ਗੱਲੋਂ ਤਾਂ ਲੱਗਦਾ ਵੀ ਉਸੇ ਸੀਰੀਜ਼ ਦਾ ਪਾਰਟ ਹੈ। ਪਰ ਇਹਦੀ ਜਿਹੜੀ ਡਿਸਟਿੰਕਟ ਜਿਹੜੀ ਚੀਜ਼ ਹੈਗੀ ਆ ਵੀ ਬੋਧ ਗਿਆ ਤੇ ਇੱਦਾਂ ਦੇ ਇੰਸਟੀਟਿਊਸ਼ਨ 'ਤੇ ਪਹਿਲੀ ਵਾਰ ਅਟੈਕ ਹੋਇਆ, ਉਸ ਫਿਲੋਸਫੀ 'ਤੇ ਅਟੈਕ ਹੋਇਆ ਜੋ ਕਿ ਇਸ ਨੂੰ ਕਾਊਂਟਰ ਕਰਨ ਲਈ ਫਿਲੋਸਫੀ ਡਿਵੈਲਪ ਹੋਈ ਹੈ। ਇਸ ਕਰਕੇ ਜਿਹੜਾ ਇਹ ਹਮਲਾ ਹੋਇਆ, ਇਹਨੂੰ ਆਪਾਂ ਮੰਨ ਸਕਦੇ ਹਾਂ ਕਿ ਇਹ ਫਲਸਫੇ 'ਤੇ ਹਮਲਾ ਹੈ ਜਾਂ ਹਲੇ ਇਹਦੇ ਵਿੱਚ ਸਾਨੂੰ ਕੁਝ ਹੋਰ ਦੇਖਣਾ? ਹਲੇ ਤਾਂ ਤੱਤ ਇੰਨੇ ਬਾਹਰ ਨਹੀਂ ਆਏ ਹੈਗੇ, ਪਰ ਇੱਕਦਮ ਜਿਹੜਾ ਕੁਇਕ ਜਿਹਾ ਮਤਲਬ ਕਿ ਕਨਕਲੂਜਨ ਹੈ ਵੀ ਉਸ ਫਿਲੋਸਫੀ 'ਤੇ ਜਿਹੜਾ ਅਟੈਕ ਹੋ ਰਿਹਾ ਉਹ ਜ਼ਿਆਦਾ ਵਰੀਸਮ ਹੈਗਾ ਜੀ। ਵੀ ਜਿਹੜੀ ਫਿਲੋਸਫੀ ਖੁਦ ਆਪਣੇ ਆਪ ਨੂੰ ਪੀਸ ਵੱਲ ਲੈ ਕੇ ਜਾਂਦੀ ਹੈ, ਸ਼ਾਂਤੀ ਵੱਲ ਲੈ ਕੇ ਜਾਂਦੀ ਹੈ, ਭਾਈਚਾਰੇ ਵੱਲ ਲੈ ਕੇ ਜਾਂਦੀ ਹੈ, ਜਿਹਦੀ ਫਾਊਂਡੇਸ਼ਨ ਇਸ ਚੀਜ਼ 'ਤੇ ਬੇਸਡ ਹੈਗੀ ਹੈ। ਜੇ ਉਸ ਨੂੰ ਸੈਂਟਰ ਮੰਨ ਕੇ ਅਟੈਕ ਹੋਇਆ ਤਾਂ ਸਾਨੂੰ ਜ਼ਿਆਦਾ ਸੋਚ ਦਾ ਵਿਸ਼ਾ ਬਣਦਾ। ਇਹ ਹੌਲੀ ਹੌਲੀ ਜਦੋਂ ਤੱਥ ਉੱਭਰਨਗੇ ਸਾਨੂੰ ਪਤਾ ਲੱਗੇਗਾ ਜੀ। ਭੁਪਿੰਦਰ ਸਿੰਘ ਜੀ, ਤੁਸੀਂ ਇਹਨੂੰ ਕਿਵੇਂ ਵੇਖਦੇ ਹੋ? ਮਤਲਬ ਪੁਰਾਣਾ ਜੋ ਸਾਡੇ ਪੁਰਾਣੇ ਬੰਬ ਧਮਾਕਿਆਂ ਦੀ ਗੱਲ ਜੋ ਹਿੰਦੁਸਤਾਨ 'ਚ ਚੱਲਦੀ ਰਹੀ ਹੈ, ਅੱਤਵਾਦ ਦੇ ਬਾਰੇ ਚੱਲਦੀ ਰਹੀ ਹੈ, ਇਹ ਕਿਸੇ ਨਵੇਂ ਪੜਾਅ 'ਤੇ ਪਹੁੰਚਣ ਦੀ ਨਿਸ਼ਾਨੀ ਹੈ ਜਾਂ ਉਹਦੀ ਕੜੀ ਹੀ ਹੈ? ਇਹਦੇ 'ਚ ਤਾਂ ਦੇਖੋ ਜੀ, ਪਹਿਲੀ ਗੱਲ ਇਹ ਹੈ ਕਿ ਇਹ ਫਸਟ ਟਾਈਮ ਹੋਇਆ ਕਿ ਬਈ ਬੌਧ ਧਰਮ ਦੇ ਉੱਤੇ ਇੱਕ ਇਹੋ ਜਿਹਾ ਅਟੈਕ, ਉਹ ਵੀ ਇੱਕ ਇਹੋ ਜਿਹੀ ਥਾਂ 'ਤੇ ਜਿੱਥੇ ਕਿ ਬੌਧ ਧਰਮ ਦਾ ਮਤਲਬ ਕਿ ਸ਼ੁਰੂਆਤ ਦੇ ਵਿੱਚ ਪਹਿਲੀ ਵਾਰ ਹੋਇਆ। ਮਤਲਬ ਕਿ ਅਗਰ ਬੌਧ ਧਰਮ ਦੇ ਵਿੱਚ ਤੁਸੀਂ 4 ਇੰਪੋਰਟੈਂਟ ਪਿਲਗ੍ਰਿਮੇਜ ਸੈਂਟਰਸ ਹੈਗੇ, ਉਹਨਾਂ ਵਿੱਚੋਂ ਬੌਧ ਗਿਆ ਇੱਕ ਮਤਲਬ ਕਿ ਨੰਬਰ 1 ਹੀ ਸਮਝਿਆ ਜਾਂਦਾ ਹੈਗਾ। ਬਿਲਕੁਲ।
ਦੂਜੀ ਗੱਲ ਇਹ ਦੇਖਣ ਵਾਲੀ ਹੈ ਕਿ ਹਾਲਾਂਕਿ ਸਾਡੇ ਮੁਲਕ ਵਿੱਚ ਇੰਨੇ ਬੁੱਧਿਸਟ ਨਹੀਂ ਹੈਗੇ, ਮਤਲਬ ਕਿ ਉਹ ਸੰਖਿਆ ਬਹੁਤ ਹੀ ਘੱਟ ਹੈਗੀ ਹੈ, ਬਟ ਜਿਹੜੇ ਸਾਡੇ ਆਸ-ਪਾਸ ਦੇ ਪੜੋਸੀ ਦੇਸ਼ ਹੈਗੇ ਹੈ, ਇੱਧਰ ਭਾਵੇਂ ਤਿੱਬਤ ਮਤਲਬ ਕਿ ਜੋ ਕਿ ਚਾਈਨਾ ਦਾ ਇੱਕ ਹਿੱਸਾ ਹੈਗਾ, ਉੱਥੇ ਦੇਖ ਲਓ, ਇੱਧਰਲੇ ਪਾਸੇ ਮਿਆਂਮਾਰ, ਨੀਚੇ ਵਾਲੇ ਪਾਸੇ ਆਪਣਾ ਸ਼੍ਰੀਲੰਕਾ। ਤੋ ਇਹ ਜਿਹੜੇ ਸਾਡੇ 3 ਨੇਬਰਿੰਗ ਏਰੀਆਜ਼ ਹੈਗੀਆਂ ਜਾਂ ਕੰਟਰੀਜ਼ ਹੈਗੀਆਂ, ਇਹਦੇ ਵਿੱਚ ਬੜੀ ਮਤਲਬ ਕਿ ਇੱਕ ਕਾਫੀ ਵੱਡੀ ਗਿਣਤੀ ਵਿੱਚ ਹੈਗੇ ਬੁੱਧਿਸਟ ਪਾਪੂਲੇਸ਼ਨ ਹੈਗੀ ਹੈ ਜੀ। ਪਿਛਲੇ ਕੁਝ ਸਾਲਾਂ ਤੋਂ ਖਾਸ ਕਰਕੇ ਮਿਆਂਮਾਰ ਵਿੱਚ ਸਾਡੇ ਮਤਲਬ ਕਿ ਮੁਸਲਿਮਸ ਔਰ ਬੁੱਧਿਸਟ ਦੇ ਵਿੱਚ ਕਾਫੀ ਮਤਲਬ ਕਿ ਇੰਸੀਡੈਂਟਸ ਹੋਏ ਹੈ, ਔਰ 2012 ਵਿੱਚ ਤਕਰੀਬਨ 200 ਮਤਲਬ ਕਿ ਮੁਸਲਮਾਨ ਹੀ ਸਮਝ ਲਓ ਮਾਰੇ ਗਏ ਹੈ। ਅਤੇ ਐਤਕੀ ਸਾਲ ਵੀ ਮਾਰਚ ਦੇ ਮਹੀਨੇ ਤੋਂ ਸ਼ੁਰੂ ਹੋਏ, ਮਤਲਬ ਕਿ ਉਹਨਾਂ ਦੀ ਮਿਆਂਮਾਰ ਵਿੱਚ 30 ਤੋਂ ਉੱਪਰ ਮਤਲਬ ਕਿ ਮੁਸਲਮਾਨਾਂ ਨੂੰ ਮਾਰਿਆ ਗਿਆ। ਤਾਂ ਇੱਕ ਇਹਦਾ ਇੱਕ ਜਿਹੜਾ ਇੰਟਰਨੈਸ਼ਨਲ ਰੈਮੀਫਿਕੇਸ਼ਨ ਹੈ ਉਹ ਵੀ ਸਾਨੂੰ ਦੇਖਣ ਦੀ ਜ਼ਰੂਰਤ ਹੈ। ਤੀਸਰੀ ਗੱਲ ਇਹ ਹੈ ਕਿ ਬਈ ਇੱਕ ਜਿਸ ਪ੍ਰਕਾਰ ਦੇ ਮਤਲਬ ਕਿ ਇਹ ਧਮਾਕੇ ਹੋਏ ਹੈ ਉਹਦੇ ਨਾਲ ਕੋਈ ਡੈਮੇਜ ਤਾਂ ਹੋਇਆ ਨਹੀਂ, ਕੋਈ ਬੰਦੇ ਉਂਝ ਨਹੀਂ ਮਰੇ, ਸਿਰਫ ਮੇਰੇ ਖਿਆਲ 3-4 ਬੰਦੇ ਇੰਜਰੀ ਹੋਏ ਹੈ, ਉਹ ਵੀ ਇੰਨੀ ਕੋਈ ਖਾਸ ਨਹੀਂ ਹੈ। ਅਤੇ ਇਹ ਇੱਕ ਦੁਨੀਆ ਨੂੰ ਦਿਖਾਉਣ ਵਾਸਤੇ ਜਿਹੜੀ ਵੀ ਸ਼ਕਤੀ ਨੇ ਕੀਤਾ ਤਾਂ ਜਿਸ ਆਰਗੇਨਾਈਜੇਸ਼ਨ ਨੇ ਕੀਤਾ ਕਿ ਵੀ ਹਾਂ ਅਸੀਂ ਹੈਗੇ ਹਾਂ ਅਤੇ ਸਾਨੂੰ ਤੁਸੀਂ ਇੰਜ ਨਾ ਸਮਝੋ ਕਿ ਅਸੀਂ ਕੁਝ ਮਤਲਬ ਕਿ ਇਹੋ ਜਿਹਾ ਕੁਝ ਕਰ ਨਹੀਂ ਸਕਦੇ। ਜਿਹੜਾ ਇਹ ਤੁਸੀਂ ਗੱਲ ਕਹੀ ਹੈ ਕਿ ਪੂਰਬੀ ਏਸ਼ੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਮਿਆਂਮਾਰ ਦੇ ਵਿੱਚ ਜਿਸ ਤਰੀਕੇ ਨਾਲ ਜਿਹੜੇ ਬੋਧੀ ਧਰਮ ਦਾ ਕਲੇਸ਼ ਜਿਹੜਾ ਹੈਗਾ ਉੱਥੇ ਚੱਲ ਰਿਹਾ, ਹਾਂਜੀ, ਉਹਦੀਆਂ ਬਹੁਤ ਸਾਰਾ ਜਿਹੜਾ ਅਸਰ ਹੈ ਉਹ ਸ਼੍ਰੀਲੰਕਾ ਦੇ ਵਿੱਚ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਿਖਾਈ ਦਿੰਦਾ ਹੈ, ਮਲੇਸ਼ੀਆ 'ਚ ਵੀ ਦਿਖਾਈ ਦਿੰਦਾ ਹੈ, ਥਾਈਲੈਂਡ ਦੇ ਵਿੱਚ ਵੀ ਦਿਖਾਈ ਦਿੰਦਾ ਹੈ। ਇਹ ਸਬੱਬ ਵੀ ਹੋ ਸਕਦਾ ਹੈ ਕਿ ਵੀ ਉੱਧਰ ਇਹ ਕੁਝ ਚੱਲ ਰਿਹਾ ਸਾਡੇ ਹੋ ਸਕਦਾ, ਜਾਂ ਇਹ ਤੋਂ ਵੱਧ ਵੀ ਸਾਡੇ ਕੋਲ ਇਸ ਦਲੀਲ ਦੇ ਪੱਖ ਦੇ ਵਿੱਚ ਕੋਈ ਗੱਲ ਹੈਗਾ ਕਿ ਇਹਦਾ ਆਪਸ ਦੇ ਵਿੱਚ ਕੋਈ ਕਨੈਕਸ਼ਨ ਬਣਦਾ ਹੈ? ਇਹ ਹੋ ਸਕਦਾ ਹੁਣ ਮਤਲਬ ਕਿ ਇਨਵੈਸਟੀਗੇਸ਼ਨ ਦੇ ਥਰੂ ਹੀ ਜ਼ਰਾ ਪਤਾ ਲੱਗੇਗਾ ਕਿ ਵੀ ਕੀ ਹੈ, ਬਟ ਇਹ ਚੀਜ਼ ਨੂੰ ਵੀ ਸਾਨੂੰ ਮਤਲਬ ਕਿ ਆਪਣਾ ਸੋਚ ਵਿੱਚ ਰੱਖਣਾ ਪਏਗਾ ਕਿ ਵੀ ਇਹ ਵੀ ਕੋਈ ਇਹਦੇ ਇੰਪਲੀਕੇਸ਼ਨਸ ਹੋ ਸਕਦੇ हैं ਜਾਂ ਇਹਦੀ कोई रैमिफिकेशंस हो सकते हैं। जन की ये वाला जो हाइपोथेसिस है कि वहाँ पर कोई कनेक्शन हो सकता है ईस्ट एशिया के साथ, इसके बारे में आप क्या कहेंगे? नहीं, ये तो अभी आ रहा है, इनिशियल हाइपोथेसिस तो यही है कि ये रिएक्शन है फॉर द जो मैसेकर हुआ है मुस्लिम सिटीजन्स का बर्मा में, और जिस तरह के रिएक्शंस हैं पिछले साल जैसे सर ने कहा यहाँ पर आज़ाद मैदान में जो बॉम्बे में हुआ था, जो एक बहुत बड़ा डेमोन्स्ट्रेशन हुआ था जिसमें राइटिंग हुई थी, वो खुद एक सोशल मीडिया हेट कैंपेन के थ्रू हुआ था, जिसमें कुछ पिक्चर्स जो गलत पिक्चर्स थे उनको सर्कुलेट किया गया था। उसके बारे में काफ़ी लंबी बात हुई थी कि ये तो सारे फोर्स पिक्चर्स थे, बिल्कुल, जिसके कारण अफवाह फैली और उसके बाद वो सारा और वो एंगर हुआ, और बहुत सारे न्यूज़पेपर्स वगैरह में ये इस तरह का जो प्रोपेगेंडा टाइप है जो बिल्कुल बेस्ड नहीं है उसको उसके बारे में बात हुआ। उसके बाद उसका एक बहुत उल्टा इम्प्लीकेशन हुआ जिसमें इंटरनेट सेंसरशिप की भी बात आई। तो ऑब्वियसली यहाँ पर ये कनेक्शन है, लेकिन चाहे वो अफवाह के कारण ही हुआ था, लेकिन एक सेंसिटिविटी को तो वो आइडेंटिफाई करता है ना कि इस कारण अगर बर्मा में कुछ हो रहा है या कहीं पर कुछ हो रहा है उसकी एक इम्प्लीकेशन इस रूप में सामने आ सकती है। दो चीज़, एक तो कि ये एक तरह का इमोशंस विपअप करने का बहुत अच्छा साधन है, दूसरा कि हम किस तरह से कनेक्शन बनाते हैं कि ये है, तो हम अज्यूम भी करते हैं कि यहाँ पर कहीं जो एक्टिविटीज़ हो रहे हैं इसका सीधा सीधा इम्प्लीकेशन है, राइट। हम वो हमारे इन्वेस्टिगेशन के तरीके भी हम जिस तरह से सवाल पूछते हैं उसको तो कलर करेगा, या आप उस तरह के क्लूज़ देखेंगे, आप उस तरह के चीज़ें देखेंगे, तो ये तो डेफिनेटली वहाँ पर है। लेकिन मुझे बहुत इंटरेस्टिंग क्या इसमें लग रहा है कि जो सुषमा स्वराज का जो कमेंट है कि हम यहाँ पर बामियान नहीं होने देंगे, तो इससे पता चल रहा है कि कितना ये चौंका देने वाली लग रही है। मतलब हमारे जो पॉलिटिकल पार्टी से कमेंटेटर्स हैं, मतलब देयर आर पॉलिटिकल पार्टीज हु आर रेडी टू बाय दैट थ्योरी। not only are they ready to buy that theory, वो दिखाता है कि उनका कितना ignorance है about Buddhism, right, और about the nature of this attack. बामियान का destruction was a completely different thing. It was under वो एक तालिबान regime में हुआ था, उसका attack वो दूसरा था, और यहाँ पर right, assuming that this is a Taliban thing, it's a completely different connection. I mean, what is a, and ये for BJP to say that is actually बहुत
मतलब ये बहुत आयरॉनिकल है और बहुत रिच है कि ये बीजेपी कह रहा है, क्योंकि आफ्टर ऑल यू नो वॉट एवर रिलीजियस स्ट्रक्चर्स हैं उनको प्रोटेक्ट करने में तो बीजेपी का कोई ब्रिलियंट रिकॉर्ड नहीं है, इनफैक्ट उनको डिस्ट्रॉय करने में है जी। दूसरा यहाँ पर लेकिन उसमें सिलेक्शन की तो बात होती है ना कि किसको आपको डिस्ट्रॉय करना है और किसको बचाना है, तो ये तो उसमें तो ये कंटिन्यूटी की बात होगी, उसमें इसमें आयरनी तो कहीं दिखाई नहीं देती ऑफ कोर्स, लेकिन ये चीज़ की एक रिलीजियस स्पेस है और हम इसको नहीं डिस्ट्रॉय करने देंगे। सो दे अज्यूम दैट ये जो अटैक है ओके इट इज इक्विवेलेंट टू अ गवर्नमेंट इन पावर। तालिबान वाज अ पावर, इट वाज अ रिजीम जिसने ये डिस्ट्रॉय किया, और यहाँ पर जो ये अटैक है इनका इक्वेशन तो मुझे बहुत बहुत ऑड नजर आ रहा है। ਭੁਪਿੰਦਰ ਜੀ, ਜਿਹੜਾ ਇੱਕ ਇਹ ਮਸਲਾ ਹੈ ਕਿ ਜਿਹੜੀ ਹੁਣ ਤੱਕ ਆਪਾਂ ਗੱਲ ਕਰ ਰਹੇ ਹਾਂ ਉਹ ਸਾਰੀ ਅਜ਼ੰਪਸ਼ਨਸ ਦੇ ਉੱਤੇ ਟਿਕੀ ਹੋਈ ਹੈ ਕਿ ਇਹ ਹੋ ਸਕਦਾ ਹੈ, ਇੱਕ ਸੁਰੱਖਿਆ ਏਜੰਸੀ ਦੇ ਪੱਖ ਦੇ ਉੱਤੋਂ ਕਿ ਇਹ ਹੋ ਸਕਦਾ, ਇਹ ਕਿੰਨਾ ਅਹਿਮ ਹੈ, ਜਦੋਂ ਕਿ ਹੁਣ ਤੱਕ ਦਾ ਜਿਹੜਾ ਸਾਡਾ ਤਜਰਬਾ ਹੈ ਉਹ ਕਿੰਨਾ ਅਹਿਮ ਬਣੇਗਾ, ਦੋਨੇ ਗੱਲਾਂ ਦਾ ਕੋਈ ਮੇਲ ਬਣੇਗਾ ਜਦੋਂ ਇਹ ਇਨਵੈਸਟੀਗੇਸ਼ਨ ਹੋਏਗੀ? ਦੇਖੋ, ਜਦੋਂ ਇਹਦੇ ਵਿੱਚ ਇਨ ਡੈਪਥ ਇਨਵੈਸਟੀਗੇਸ਼ਨ ਹੋਏਗੀ, ਉੱਥੇ ਲੋਕਲੀ ਕਿਹੜੇ ਬੰਦੇ ਸੀਗੇ, ਅਖਬਾਰਾਂ 'ਚ ਇਹ ਵੀ ਨਿਕਲ ਰਿਹਾ, ਮੀਡੀਆ ਵਿੱਚ ਇਹ ਵੀ ਨਿਕਲ ਰਿਹਾ, ਕੁਝ CCTV ਦਾ ਉਹਨਾਂ ਕੋਲ ਹੈਗਾ ਰਿਕਾਰਡ ਹੈਗਾ, ਕੁਝ ਹੋਰ ਵੀ ਕੋਈ ਆਈਡੈਂਟੀਟੀ ਕਾਰਡਸ ਵਗੈਰਾ ਮਿਲੇ ਹੈ। तो ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਜਿਹੜੇ ਆਫਿਸਰਸ ਆ ਉੱਥੇ ਮੌਜੂਦ ਹੈ, ਤਾਂ ਕੁਛ ਨਾ ਕੁਛ ਇਹਦੇ ਵਿੱਚੋਂ ਉਹ ਕੱਢ ਪਾਣਗੇ। ਬਟ ਹਾਲੀ ਤਾਈਂ ਕਿਸੇ ਏਜੰਸੀ ਨੇ ਜਾਂ ਕਿਸੇ ਆਰਗੇਨਾਈਜੇਸ਼ਨ ਨੇ ਕਲੇਮ ਨਹੀਂ ਕੀਤਾ ਕਿ ਵੀ ਆਰ ਰਿਸਪੌਂਸਿਬਲ ਫॉर ਇਟ। ਤੇ ਹੁਣ ਜ਼ਰਾ ਸਾਨੂੰ ਦੇਖਣਾ ਪਏਗਾ, ਬਟ ਕੁਛ ਅਜ਼ੰਪਸ਼ਨਸ ਦੇ ਉੱਤੇ ਹੀ ਸਾਡੀ ਇਨਵੈਸਟੀਗੇਸ਼ਨ ਹੁੰਦੀ ਹੈ, ਔਰ ਉਹ ਅਜ਼ੰਪਸ਼ਨਸ ਇਹ ਹੁੰਦੀਆਂ ਕਿ ਬਈ ਉਸ ਏਰੀਆ ਵਿੱਚ ਕਿਸ ਪਰਟੀਕੂਲਰ ਆਰਗੇਨਾਈਜੇਸ਼ਨ ਦਾ ਮਤਲਬ ਕਿ ਇੱਕ ਹੋਲਡ ਹੈਗਾ, ਕੌਣ ਸਰਗਰਮੀ ਕਰ ਰਿਹਾ ਉਸ ਏਰੀਆ, ਇੱਕ ਉੱਥੇ ਇਨਫਲੂਐਂਸ ਹੈਗਾ, ਉੱਥੇ ਉਹਦਾ ਆਣਾ ਜਾਣਾ ਮਤਲਬ ਕਿ ਬਗੈਰ ਮਤਲਬ ਕਿ ਸਾਰੇ ਉਹਨਾਂ ਦੇ ਮੋਡਿਊਲਸ ਵਗੈਰਾ ਉੱਥੇ ਹੈਗੇ। ਅਤੇ ਹੁਣ ਬਾਕੀ ਕਈ ਚੀਜ਼ਾਂ ਕੋਇਨਸੀਡੈਂਸ ਹੁੰਦਾ ਹੈ, ਬਟ ਇਹ ਵੀ ਦੇਖਣ ਦੀ ਜ਼ਰੂਰਤ ਹੈ ਕਿ ਇਹ ਜਦੋਂ ਹੋਇਆ ਕਿਉਂ ਹੋਇਆ, ਇਹਦਾ ਕੀ ਕਾਰਨ ਹੋ ਸਕਦਾ ਹੈ। ਤਾਂ ਜਿਹੜੇ ਇਹਦੇ ਫੈਕਟਰਸ ਹੈ, ਕਿਸ ਕਰਕੇ ਹੋਇਆ, ਉਹਦੇ ਕੀ ਇੰਪਲੀਕੇਸ਼ਨਸ ਹੈ, ਜਿੰਨੀ ਦੇਰ ਤਾਈਂ ਅਸੀਂ ਉਹ ਸਭ ਚੀਜ਼ਾਂ ਨੂੰ ਦੇਖਾਂਗੇ ਨਹੀਂ, ਉਨੀ ਦੇਰ ਤਾਈਂ ਇੱਕ ਮਤਲਬ ਕਿ ਇੱਕ ਡੈਫੀਨੇਟ ਕਨਕਲੂਜਨ 'ਤੇ ਜਿਵੇਂ ਤੁਸੀਂ ਕਿਹਾ ਕਿ ਵੀ ਜਦੋਂ ਵੀ ਆਪਾਂ ਇਨਵੈਸਟੀਗੇਸ਼ਨ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ, ਜਾਂਚ ਏਜੰਸੀਆਂ ਨੇ ਸ਼ੁਰੂ ਕਰਦੀਆਂ ਨੇ, ਤੇ ਕੋਈ ਨਾ ਕੋਈ ਅਜ਼ੰਪਸ਼ਨ ਹੁੰਦੀ ਹੈ, ਜਿਹਦੇ ਵਿੱਚੋਂ ਇੱਕ ਅਜ਼ੰਪਸ਼ਨ ਇਹ ਹੈ ਕਿ ਵੀ ਕੌਮਾਂਤਰੀ ਮਾਹੌਲ ਜਿਹੜਾ ਹੈਗਾ ਪੂਰਬੀ ਏਸ਼ੀਆ ਦੇ ਵਿੱਚ ਉਹ ਇਸ ਕਿਸਮ ਦਾ, ਇਸ ਕਰਕੇ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ। ਦੂਜੀ ਇੱਕ ਜਿਹੜੀ ਅਜ਼ੰਪਸ਼ਨ ਹਮੇਸ਼ਾ ਪਿਛਲੇ ਘੱਟੋ ਘੱਟ 3-4 ਸਾਲ ਤੋਂ ਆ ਰਹੀ ਹੈ ਕਿ ਇਹਦੇ ਵਿੱਚ ਇੰਡੀਅਨ ਮੁਜਾਹਿਦੀਨ ਦਾ ਹੱਥ ਹੈ, ਉਹ ਕੱਲ੍ਹ ਤੋਂ ਹੀ ਲਗਾਤਾਰ ਚਰਚਾ ਹੋ ਰਹੀ ਹੈ, ਉਹਦੇ ਬਾਰੇ ਤੁਸੀਂ ਕੀ ਕਹੇਂਗੇ? ਦੇਖੋ, ਜਿੰਨੇ ਇੰਸੀਡੈਂਟਸ ਹੋਏ ਹੈ 2008 ਤੋਂ ਇੰਡੀਅਨ ਮੁਜਾਹਿਦੀਨ ਕਾਫੀ ਐਕਟਿਵ ਰਿਹਾ ਹੈ, ਅਤੇ ਡਿਫਰੈਂਟ ਪਾਰਟਸ ਆਫ ਦ ਕੰਟਰੀ ਵਿੱਚ ਮਤਲਬ ਬੈਂਗਲੋਰ ਹੋਇਆ, ਹੈਦਰਾਬਾਦ ਹੋਇਆ, ਉੱਥੇ ਗੁਜਰਾਤ ਵਿੱਚ ਹੋਇਆ, ਕਈ ਜਗ੍ਹਾ 'ਤੇ ਇਹਨਾਂ ਨੇ ਆਪਣੇ ਦਿੱਲੀ ਵਿੱਚ ਇਹਨਾਂ ਨੇ ਆਪਣੇ ਜਿਹੜੇ ਇੰਸੀਡੈਂਟਸ ਕੀਤੇ ਹੈ ਉਹਦੇ ਪਿੱਛੇ, ਔਰ ਉਹਨਾਂ ਨੇ ਬਾਅਦ ਵਿੱਚ ਕਲੇਮ ਵੀ ਕੀਤਾ ਕਿ ਹਾਂ ਜੀ ਅਸੀਂ ਇਹ ਸਭ ਘਟਨਾ ਦੇ ਪਿੱਛੇ ਹੈਗੇ ਹਾਂ। ਤੇ ਹਾਲੀ ਪਰ ਇੱਕ ਗੱਲ ਹੋਰ ਵੀ ਹੈ ਕਿ ਜ਼ਿਆਦਾਤਰ ਬੰਦੇ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਹ ਅਦਾਲਤਾਂ ਦੇ ਵਿੱਚੋਂ ਬਰੀ ਹੋਏ ਨੇ ਜਾ ਕੇ, ਇਹੀ ਮਾਮਲਿਆਂ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਇਹ ਇੰਡੀਅਨ ਮੁਜਾਹਿਦੀਨ ਦਾ। ਹਾਂ, ਬਟ ਗੱਲ ਇਹ ਹੁੰਦੀ ਹੈ ਕਿ ਇਹੋ ਜਿਹੇ ਜਿਹੜੇ ਇੰਸੀਡੈਂਟਸ ਹੁੰਦੇ ਆ ਉਹਦੇ ਪਿੱਛੇ ਇੰਨਾ ਐਵੀਡੈਂਸ ਲਿਆਉਣਾ ਕਿ ਅਦਾਲਤ ਨੂੰ ਤੁਸੀਂ ਕਨਵਿੰਸ ਕਰ ਸਕੋ ਕਿ ਹਾਂ ਜੀ ਇਹੀ ਸੀਗੇ, ਬੜਾ ਮੁਸ਼ਕਿਲ ਹੁੰਦਾ ਹੈ। ਇਹੋ ਜਿਹੀ ਇਨਵੈਸਟੀਗੇਸ਼ਨ ਬਹੁਤ ਹੀ ਮੁਸ਼ਕਿਲ ਹੁੰਦੀ, ਕਿਉਂਕਿ ਕੋਈ ਨਾ ਤਾਂ ਤੁਹਾਨੂੰ ਕੋਈ ਵਿਟਨੈਸ ਉਹੋ ਜਿਹਾ ਮਿਲੇਗਾ, ਨਾ ਤੁਹਾਨੂੰ, ਤੇ ਇਹ ਜਿਹੜੀ ਮਤਲਬ ਗਵਾਹੀ ਤੇ ਸਬੂਤ ਇਕੱਠੇ ਕਰਨੇ ਕਾਫੀ ਮੁਸ਼ਕਿਲ ਹੁੰਦੇ ਨੇ। ਘੁੰਮਣ ਸਾਹਿਬ, ਬੌਧ ਗਿਆ ਦੇ ਵਿੱਚ ਜਿਸ ਅਸਥਾਨ ਦੇ ਉੱਤੇ ਹਮਲਾ ਹੋਇਆ, ਉੱਥੇ ਮੈਂ ਉੱਥੇ ਗਿਆ ਅਤੇ ਉੱਥੇ ਜ਼ਿਆਦਾ ਬੋਧੀ ਨਹੀਂ ਹੁੰਦੇ, ਕਿਉਂਕਿ ਉਹ ਯੂਨਾਈਟਿਡ ਨੇਸ਼ਨਸ ਦੀ ਇੱਕ ਪ੍ਰਵਾਨਿਤ ਥਾਂ ਹੈ, ਬਹੁਤ ਸਾਰੇ ਸੈਲਾਨੀ ਉੱਥੇ ਹੁੰਦੇ ਨੇ, ਇਸ ਕਰਕੇ ਜੇ ਬੋਧੀਆਂ ਦੇ ਉੱਤੇ ਹਮਲਾ ਕਰਨਾ ਹੁੰਦਾ ਤੇ ਫਿਰ ਤੇ ਮਤਲਬ ਕਿਸੇ ਉਸ ਜਗ੍ਹਾ ਦੇ ਉੱਤੇ ਦੀ ਚੋਣ ਹੋਣੀ ਚਾਹੀਦੀ ਸੀ ਜਿੱਥੇ ਬੋਧੀਆਂ ਦੀ ਗਿਣਤੀ ਜ਼ਿਆਦਾ ਹੋਵੇ। ਕੀ ਮਤਲਬ ਇਹਦਾ ਇੱਕ ਮਕਸਦ ਇਹ ਹੋ ਸਕਦਾ ਕਿ ਉਹਨਾਂ ਦੇ ਧਾਰਮਿਕ ਸਥਾਨ ਨੂੰ ਅਪਵਿੱਤਰ ਕੀਤਾ ਜਾਵੇ, ਜਾਂ ਮਤਲਬ ਇਹ ਸਬੱਬ ਵੀ ਹੋ ਸਕਦਾ, ਇਹ ਵੀ ਇੱਕ ਪੱਖ ਵਿਚਾਰਿਆ ਜਾਣਾ ਚਾਹੀਦਾ? ਇਹਦਾ ਇੱਕ ਪਹਿਲੂ ਹੋਰ ਵੀ ਹੋ ਸਕਦਾ ਵੀ ਜਿਹੜਾ ਟੂਰਿਜ਼ਮ ਹੈਗਾ, ਮਤਲਬ ਕਿ ਇਕਨੋਮਿਕਸ ਆਫ ਟੂਰਿਜ਼ਮ ਹੈਗੀ, ਉੱਥੇ ਜਦੋਂ ਮਤਲਬ ਕਿ ਇਹਦੇ ਬਾਰੇ ਇਨਫੋਰਮੇਸ਼ਨ ਆ ਰਹੀ ਸੀ, ਇੰਟਰਨੈਸ਼ਨਲ ਟੂਰਿਸਟ ਬਹੁਤ ਜ਼ਿਆਦਾ ਹੈਗੇ ਆ, ਬਹੁਤ ਜ਼ਿਆਦਾ ਆਉਂਦੇ ਆ ਉੱਥੇ। ਇਹਦਾ ਇੱਕ ਆਸਪੈਕਟ ਇਹ ਵੀ ਹੋ ਸਕਦਾ ਵੀ ਤੁਹਾਡੀ ਇਕੋਨਮੀ ਨੂੰ ਡੀਸਟੇਬਲਾਈਜ਼ ਕਰਨ ਲਈ, ਜੇ ਇਕੋਨਮੀ ਦੇ ਵਿੱਚ ਟੂਰਿਜ਼ਮ ਦਾ ਸ਼ੇਅਰ ਵੱਧ ਰਿਹਾ, ਉਹਨੂੰ ਡੀਸਟੇਬਲਾਈਜ਼ ਕਰਨ ਦਾ ਵੀ ਇੱਕ ਇਹ ਮਤਲਬ ਕਿ ਬਹੁਤ ਅੱਛਾ ਤਰੀਕਾ ਹੋ ਸਕਦਾ ਹੈਗਾ। ਜਿਹੜੀ ਤੁਹਾਡੀ ਗੱਲ ਹੈਗੀ ਵੀ ਉੱਥੇ ਐਕਸਕਲੂਸਿਵਲੀ ਬੁੱਧਿਸਟ ਨਹੀਂ ਹੁੰਦੇ ਹੈਗੇ, ਕੋਈ ਇੱਦਾਂ ਦਾ ਨਹੀਂ ਵੀ ਨਾਨ ਬੁੱਧਿਸਟ ਨਹੀਂ ਆਉਂਦੇ, ਰਾਦਰ ਨਾਨ ਬੁੱਧਿਸਟ ਆਊਟਨੰਬਰ ਦੀ ਬੁੱਧਿਸਟ ਸਮ ਟਾਈਮ। ਇਸ ਕਰਕੇ ਸਿੰਬੋਲਿਕਲੀ ਤਾਂ ਇਹ ਹੋ ਸਕਦਾ, ਕਿਉਂਕਿ ਜਿੱਦਾਂ
ਸਰਦਾਰ ਭੁਪਿੰਦਰ ਸਿੰਘ ਹੋਰਾਂ ਨੇ ਕਿਹਾ ਵੀ ਕੋਈ ਜ਼ਿਆਦਾ ਡੈਮੇਜ ਨਹੀਂ ਹੋਇਆ ਜੀ। ਤੇ ਇਸ ਕਰਕੇ ਸਿੰਬੋਲਿਕਲੀ ਤਾਂ ਹੋ ਸਕਦਾ ਵੀ ਬੁੱਧਿਸਟ ਤੇ ਅਟੈਕ ਹੋਵੇ, ਬਟ ਨਾਲ ਦੀ ਨਾਲ ਇਕਨੋਮੀ ਤੇ ਵੀ ਅਟੈਕ ਹੋ ਸਕਦਾ, ਨਾਲ ਦੀ ਨਾਲ ਟੂਰਿਸਟ ਇੰਡਸਟਰੀ ਤੇ ਵੀ ਅਟੈਕ ਹੋ ਸਕਦਾ ਹੈਗਾ। ਇਸ ਕਰਕੇ ਇਹਨੂੰ ਵਾਈਡਰ ਕੰਟੈਕਸਟ 'ਚ ਲਿਆ ਜਾਵੇ। ਇਟ ਮੇ ਨਾਟ ਬੀ ਸਿੰਪਲੀ ਐਨ ਅਟੈਕ ਔਨ ਬੁੱਧਿਸਟ temple, it may be more than that and having ramification beyond Buddhism. जानकी, एक जो बात है कि हम देख रहे हैं कि हो सकता है ईस्ट एशिया का इन्फ्लुएंस यहाँ पर आया हो, लेकिन अभी यहाँ पर जो हुआ है इसका असर कैसे पड़ेगा वो भी एक इम्पॉर्टेंट एस्पेक्ट होगा। क्या उस असर को देखकर भी काम कुछ किया जा सकता है ऐसे, जैसे तिब्बत में क्या असर पड़ेगा, जापान में क्या असर पड़ेगा, सिलोन में क्या असर पड़ेगा? क्योंकि हिंदुस्तान में जितने बुद्धिस्ट प्लेसेस हैं वहाँ पर जो ज़्यादातर मैनेजमेंट है वो जापानीज़ की है, सिलोनीज़ की है, तिब्बतियंस की है। एक्चुअली वो दो चीज़ें हैं ना, एक तो बुद्धिस्ट प्लेस है, जो सेक्रेड प्लेसेस हैं बुद्धिस्ट के, वो तो दे आर मोस्टली अंडर ASI और अंडर द गवर्नमेंट आर्कियोलॉजिकल थिंग, बट उस सेक्रेड प्लेस के अराउंड जो लोग आते हैं वहाँ पर देर आर सेपरेट एस्टैब्लिशमेंट्स, अलग अलग देशों से जो बुद्धिस्ट आते हैं वो इंडिया से नहीं आते हैं। लेकिन बोध गया इज़ अ स्लाइटली डिफरेंट प्लेस। वो ना केवल एक बुद्धिस्ट सेंटर है सिंबॉलिकली जैसे सर ने कहा ऑफ कोर्स, लेकिन वो इट्स ऑल्सो अ प्लेस जो पिलग्रिमेज जगह है जहाँ पे हिंदूज बहुत तादाद में आते हैं, और वहाँ पर बिटवीन हिंदूज एंड बुद्धिस्ट के कॉन्फ्लिक्ट है, राइट, कि वो एक बहुत ज़बरदस्त अटेम्प्ट है टू कि ये इस जगह को हम प्रोजेक्ट किया जाए कि वो एक हिंदू धार्मिक स्थल है। ओके, उस कॉम्प्लेक्स के अंदर ही कॉन्फ्लिक्ट्स हैं कि इसको कैसे प्रोजेक्ट किया जा सकता है, ये कैसे यूनेस्को का ये है। तो क्या हम मतलब मुझे लगता है कि एक्सक्लूसिवली इस बुद्धिस्ट एस्पेक्ट पर अगर हम फोकस करें तो बहुत सारे अदर डिटेल्स जो हैं वो शायद मिस आउट हो सकते हैं। नई किस्म की पोलराइजेशन का भी एक इनिशिएशन हो सकता है। दिस इज व्हाट यू आर ट्राइंग टू से। हाँ, और अंदर मतलब वो क्या है वहाँ का एक्चुअल जो एस्टैब्लिशमेंट है, जो टूरिस्ट एस्टैब्लिशमेंट है, वो कैसे काम करता है, वहाँ पे जो पिलग्रिम्स आते हैं वो कैसे आते हैं। ये कहना कि वहाँ पे लोग नहीं आएंगे या हिंदूज नहीं आएंगे या बुद्धिस्ट नहीं आएंगे, वो मुझे लगता है कि थोड़ा सा प्रिजम्पशस, मतलब ये बहुत ज़्यादा ओवर प्ले करने वाला मामला होगा, स्पेशली क्योंकि ये ब्लास्ट का नेचर लो की है, इम्पैक्ट करने वाला नेचर है इसका। ਭੁਪਿੰਦਰ ਜੀ, ਮੈਂ ਤੁਹਾਤੋਂ ਇਹ ਪੁੱਛਣਾ ਚਾਹਾਂਗਾ ਕਿ ਜੇ ਇਹਨੂੰ ਸੁਰੱਖਿਆ ਦੇ ਪੱਖ ਤੋਂ ਦੇਖਿਆ ਜਾਵੇ, ਕੀ ਇਹ ਟਾਈਮ ਹੈ ਕਿ ਹਿੰਦੁਸਤਾਨ ਦੇ ਜਿਹੜੇ ਬਾਰਡਰ ਦੂਜੇ ਮੁਲਕਾਂ ਨਾਲ ਲੱਗਦੇ ਨੇ ਜਿੱਥੋਂ ਇਨਫਿਲਟ੍ਰੇਸ਼ਨ ਸੌਖੀ ਹੋ ਸਕਦੀ ਹੈ, ਉਹਨਾਂ ਦੇ ਉੱਤੇ ਕੋਈ ਜ਼ਿਆਦਾ ਸੁਰੱਖਿਆ ਹੋਣੀ ਚਾਹੀਦੀ ਹੈ, ਕੁਝ ਉਸ ਪੱਖ ਤੋਂ ਉੱਤੋਂ ਵੀ ਹੋਣਾ ਚਾਹੀਦਾ ਹੁਣ? ਨਹੀਂ ਦੇਖੋ, ਇਹ ਜਿਹੜਾ ਇਨਸੀਡੈਂਟ ਹੋਇਆ ਹੈ, ਇਹ ਹੁਣ ਜ਼ਿਆਦਾਤਰ ਜਿਹੜੇ ਲੋਕ ਉੱਥੇ ਆਉਂਦੇ ਹੈ ਟੂਰਿਸਟ, ਜਿਵੇਂ ਕਿ ਪ੍ਰੋਫੈਸਰ ਘੁੰਮਣ ਸਾਹਿਬ ਨੇ ਕਿਹਾ ਕਿ ਇਹ ਸਾਰੇ ਇੱਥੋਂ ਸਾਊਥ ਈਸਟ ਏਸ਼ੀਆ ਤੋਂ ਆਉਂਦੇ ਹੈ, ਤਾਇਵਾਨ ਤੋਂ ਆਉਂਦੇ ਹੈ, ਜਾਪਾਨ ਤੋਂ ਆਉਂਦੇ ਹੈ, ਸ਼੍ਰੀਲੰਕਾ ਤੋਂ ਆਉਂਦੇ ਹੈ, ਅਤੇ ਉੱਥੇ ਕੋਈ ਉਹਨਾਂ ਦੇ ਉੱਤੇ ਤਾਂ ਕੋਈ ਕੰਟਰੋਲ ਤਾਂ ਹੈ ਨਹੀਂ। ਮਤਲਬ ਕਿ ਇੰਟਰਨੈਸ਼ਨਲ ਟਰੈਵਲਰਸ ਆਉਂਦੇ, ਕਲਕੱਤੇ ਉਤਰਨਗੇ ਜਾਂ ਪਟਨਾ ਉਤਰਨਗੇ, ਉੱਥੋਂ ਬਾਏ ਰੋਡ ਔਰ ਬਾਏ ਰੇਲ ਗਏ ਤੇ ਆਉਂਦੇ। ਇੱਕ ਹੋਰ ਚੀਜ਼ ਵੀ ਹੈਗੀ ਹੈ ਜਿੱਥੇ ਇਹ ਮਤਲਬ ਕਿ ਟੈਂਪਲ ਏਰੀਆ ਹੈਗਾ, ਆਸ-ਪਾਸ ਦੇ ਜਿਹੜੇ ਸਾਰੇ ਪਿੰਡ ਵਗੈਰਾ ਹੈਗੇ ਉਹ ਸਾਰੇ ਹਿੰਦੂਆਂ ਦੇ ਹੀ ਹੈਗੇ ਆ ਜੀ। ਤੀਜੀ ਗੱਲ ਇਹ ਹੈ ਕਿ ਉਸ ਏਰੀਆ ਵਿੱਚ ਮਾਓਇਸਟ ਦਾ ਬੜਾ ਇਨਫਲੂਐਂਸ ਹੈਗਾ, ਮਤਲਬ ਕਿ ਹੁਣ ਇਹਦੇ ਨਾਲ ਕੋਈ ਉਹਦਾ ਕਨੈਕਸ਼ਨ ਹੈ ਕਿ ਨਹੀਂ ਹੈ, ਇਹ ਵੀ ਜ਼ਰਾ ਇੱਕ ਵਾਰੀ ਤਾਂ ਜ਼ਰੂਰ ਗੌਰ ਕਰਨਾ ਚਾਹੀਦਾ ਹੈ, ਕਿਉਂਕਿ ਉਹ ਪੂਰਾ ਜਿਹੜਾ ਗਾਇਆ ਦੀ ਬੈਲਟ ਹੈਗੀ ਹੈ, ਉਹਦੇ ਵਿੱਚ ਕਈ ਇਨਸੀਡੈਂਟਸ ਹੋ ਚੁੱਕੇ ਹੈ। ਮਤਲਬ ਕਿ ਹੁਣ ਰੀਸੈਂਟਲੀ ਵੀ ਇੱਕ ਝਾਰਖੰਡ ਵਿੱਚ ਹੋਇਆ, ਹਾਲਾਂਕਿ ਉਹ ਜ਼ਿਆਦਾ ਦੂਰ ਨਹੀਂ ਹੈ ਬੋਧ ਗਇਆ ਤੋਂ, ਬਟ ਇਹ ਜਿਹੜਾ ਪੂਰੇ ਆਸ-ਪਾਸ ਦੇ ਜਿਹੜੇ ਹਿਲੀ ਏਰੀਆ ਹੈਗਾ, ਪਿੰਡ ਹੈਗੇ ਹੈ, ਉਹਦੇ ਵਿੱਚ ਮਾਓਇਸਟ ਇਨਫਲੂਐਂਸ ਬਹੁਤ ਹੈ, ਔਰ ਕਈ ਵਾਰੀ ਸਿਕਿਉਰਿਟੀ ਏਜੰਸੀਜ਼ ਦੇ ਨਾਲ ਉੱਥੇ ਉਹਨਾਂ ਦੀ ਝੜਪ ਹੁੰਦੀ ਰਹਿੰਦੀ ਹੈ, ਇਨਕਾਊਂਟਰਸ ਵਗੈਰਾ ਹੁੰਦੇ ਰਹਿੰਦੇ। ਇਨਸੀਡੈਂਟ ਦੇ ਵਿੱਚ ਆਮ ਤੌਰ ਦੇ ਉੱਤੇ ਮਾਓਇਸਟਾਂ ਦਾ ਨਾਂ ਆਇਆ ਨਹੀਂ, ਹਾਲੇ ਤੱਕ ਨਾਂ ਆਇਆ ਨਹੀਂ, ਕਿਉਂਕਿ ਮਤਲਬ ਕਿ ਜਿਸ ਪ੍ਰਕਾਰ ਦੀ ਜਿਹਨੂੰ ਕਹਿੰਦੇ ਨਾ ਕਿ ਉਹਨਾਂ ਦਾ ਸਿਗਨੇਚਰ ਜਾਂ ਫੁੱਟਪ੍ਰਿੰਟ ਹੈਗਾ, ਬਈ ਇਹੋ ਜਿਹਾ ਬੰਬ ਸੀਗਾ, ਇਹੋ ਜਿਹੀ ਤਰ੍ਹਾਂ ਉਹਨੂੰ ਡੈਟੋਨੇਟ ਕੀਤਾ, ਜਾਂ ਕਿਸ ਕਿਸਮ ਦੇ ਨਿਸ਼ਾਨੇ, ਅਮੋਨੀਅਮ ਨਾਈਟ੍ਰੇਟ ਬੰਬ ਸੀਗਾ, ਲੋ ਇੰਟੈਂਸਿਟੀ ਐਕਸਪਲੋਜਨ ਸੀਗੀ, RDX ਨਹੀਂ ਸੀਗਾ ਉਹਨਾਂ ਕੋਲ, ਅਤੇ ਇੱਕ ਸਿਰਫ ਦਿਖਾਉਣ ਵਾਸਤੇ ਕਿ ਹਾਂ ਜੀ ਅਸੀਂ ਵੀ ਹੈਗੇ ਹਾਂ ਜੀ। ਇਹ ਮੈਨੂੰ ਤਾਂ ਲੱਗਦਾ ਇਸ ਤਰ੍ਹਾਂ ਕਰਕੇ ਉਹ ਦਿਖਾਉਣਾ ਚਾਹੁੰਦੇ ਹੈ। ਬਟ ਹੁਣ ਸਿਕਿਉਰਿਟੀ ਅੱਜ ਦੇ ਦਿਨ ਵਿੱਚ ਉੱਥੇ ਕਿਹੋ ਜਿਹੀ ਸੀ ਇਹ ਮੈਂ ਕਹਿ ਨਹੀਂ ਸਕਦਾ, ਬਟ ਕੁਝ ਸਾਲ ਪਹਿਲੇ ਜਦੋਂ ਮੈਂ ਉੱਥੇ ਗਿਆ ਸੀਗਾ
ਤੇ ਉਦੋਂ ਮੈਂ ਇਹੋ ਜਿਹੀ ਕੋਈ ਬਹੁਤ ਸਟ੍ਰਿਕਟ ਕੋਈ ਸਿਕਿਉਰਿਟੀ ਹੈਗੀ ਹੈ ਕਿ ਨਹੀਂ, ਮਤਲਬ ਕਿ ਓਪਨ ਹੀ ਇੱਕ ਮਾਹੌਲ ਸੀਗਾ, ਲੋਕ ਆ ਰਹੇ ਹੈ ਜਾ ਰਹੇ ਹੈ, ਕੋਈ ਦੇਖਣ ਵਾਲਾ ਨਹੀਂ, ਕੋਈ ਕੁਝ ਨਹੀਂ, ਬਿਕੋਜ਼ ਕਿਸੇ ਨੇ ਮੇਰੇ ਖਿਆਲ ਸੋਚਿਆ ਥਾ ਹੀ ਨਹੀਂ ਹੋਣਾ ਕਿ ਬਈ ਇਹ ਇੱਕ ਇਹੋ ਜਿਹੀ ਜਗ੍ਹਾ ਹੈਗੀ ਹੈ ਜਿੱਥੇ ਵੀ ਕੋਈ ਹੋਰ, ਕਿਉਂਕਿ ਨਾ ਤਾਂ ਹਿੰਦੂ ਇਹਨੂੰ ਅਟੈਕ ਕਰਨਗੇ, ਕੋਈ ਇਹੋ ਜਿਹਾ ਬੁੱਧਿਜ਼ਮ ਔਰ ਹਿੰਦੂਇਜ਼ਮ ਵਿੱਚ ਕੋਈ ਉਹ ਜਿਹਾ ਕੋਈ ਕੌਨਫਲਿਕਟ ਤਾਂ ਹੈ ਨਹੀਂ ਜੀ, ਹਿਸਟੋਰੀਕਲੀ ਕੋਈ ਇਹੋ ਜਿਹਾ ਦੇਖਿਆ ਨਹੀਂ ਕਿ ਬਈ ਇੱਕ ਦੂਸਰੇ ਦੇ ਉੱਤੇ ਅਟੈਕ ਹੋ ਰਹੇ ਹੈਗੇ ਆ। ਔਰ ਸਿਰਫ ਜਿਹੜਾ ਮੁਸਲਮਾਨਾਂ ਦਾ ਬੁੱਧਿਜ਼ਮ ਦੇ ਨਾਲ ਹੈਗਾ ਉਹ ਇੰਡੀਆ ਵਿੱਚ ਤਾਂ ਨਹੀਂ ਹੈ, ਬਟ ਜਿਹੜੇ ਆਸ-ਪਾਸ ਦੇ ਦੇਸ਼ ਹੈਗੇ ਆ ਉਹਨਾਂ ਵਿੱਚ ਜ਼ਰੂਰ ਹੈਗਾ। ਤੀਸਰੀ ਗੱਲ ਇਹ ਹੋ ਸਕਦੀ ਹੈ ਕਿ ਵੀ ਜਿਹੜੇ ਚਾਈਨੀਜ਼ ਹੈ ਉਹ ਵੀ ਤਿੱਬਤਨਸ ਨੂੰ ਸਪਰੈਸ ਕਰਨ ਵਾਸਤੇ ਕੁਝ ਇੱਥੇ ਕਰ ਸਕਣ, ਇਹ ਵੀ ਇੱਕ ਹੋ ਸਕਦਾ, ਬਟ ਹਾਲਾਂਕਿ ਇਹਦੀ ਪੋਸੀਬਿਲਿਟੀ ਬਹੁਤ ਹੀ, ਪਰ ਕੁੱਲ ਮਿਲਾ ਕੇ ਤੁਸੀਂ ਜਿੰਨੀਆਂ ਗੱਲਾਂ ਦਾ ਜਿਹੜਾ ਜ਼ਿਕਰ ਕੀਤਾ ਉਹ ਸਾਰੀਆਂ ਨਾਲ ਉਹ ਇੱਕ ਇਦਾਂ ਦੀ ਥਾਂ ਤੇ ਬਣਦੀ ਹੈ ਕਿ ਜਿੱਥੋਂ ਤੁਸੀਂ ਹਿੰਦੁਸਤਾਨ ਦੇ ਵਿੱਚ ਕਾਫੀ ਸਾਰੀ ਛੇੜਖਾਨੀ ਕਰ ਸਕਦੇ ਹੋ। ਹਾਂਜੀ ਬਿਲਕੁਲ, ਮਤਲਬ ਉਸ ਪੱਖੋਂ ਕਾਫੀ ਅਹਿਮ ਬਣਦਾ। ਕੁਮਨ ਸਾਹਿਬ, ਜਿਹੜੀ ਹੁਣ ਜਦੋਂ ਸੁਰੱਖਿਆ ਦੀ ਗੱਲ ਹੋ ਰਹੀ ਹੈ ਜਾਂ ਖੁਫੀਆ ਏਜੰਸੀਆਂ ਦੇ ਕੰਮਕਾਰ ਦੀ ਗੱਲ ਹੋ ਰਹੀ ਹੈ, ਉਹਦੇ ਵਿੱਚ ਖਾਸ ਤੌਰ ਦੇ ਉੱਤੇ ਜਿਸ ਵੀ ਕਿਸਮ ਦੀਆਂ ਪਹਿਲ ਕਦਮੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਬਾਰੇ ਇੱਕ ਜਿਹੜਾ ਨੁਕਤਾ ਬਹੁਤ ਅਹਿਮ ਹੁੰਦਾ ਹੈ ਕਿ ਉਹ ਸ਼ਹਿਰੀਆਂ ਨੂੰ ਕਿੰਨਾ ਪਰੇਸ਼ਾਨ ਕਰੇਗਾ ਜਾਂ ਸ਼ਹਿਰੀਆਂ ਦੇ ਉੱਤੇ ਕੀ ਬੋਝ ਪਏਗਾ। ਜਦੋਂ ਹੁਣ ਆਪਾਂ ਇਸ ਮਾਹੌਲ ਦੇ ਵਿੱਚ ਗੱਲ ਕਰ ਰਹੇ ਹਾਂ, ਤੁਸੀਂ ਸ਼ਹਿਰੀਆਂ ਦੀ ਕੋਈ ਰਿਸਪੌਂਸਿਬਿਲਿਟੀ ਦੀ ਵੀ ਗੱਲ ਕਰਨੀ ਚਾਹੋਗੇ ਕਿ ਕਿਸ ਕਿਸਮ ਦਾ ਜਿਹੜਾ ਰੋਲ ਆ ਉਹ ਸ਼ਹਿਰੀਆਂ ਦਾ ਬਣਦਾ ਹੈ ਤੇ ਕਿਸ ਕਿਸਮ ਦੀ ਪਛਾਣ, ਕਿਸ ਕਿਸਮ ਦਾ ਉਹ ਸਾਰੀ ਗੱਲਬਾਤ ਹੋਣੀ ਚਾਹੀਦੀ ਆ? ਹਾਂ, ਇਹਦੇ ਵਿੱਚ ਅਸੀਂ ਪਾਰਟਨਰਸ਼ਿਪ ਦਾ ਇੱਕ ਕਨਸੈਪਟ ਹੈਗਾ। ਜਿਵੇਂ ਮੈਂ ਕੋਈ ਇੱਕ ਡਾਕੂਮੈਂਟ ਕੈਨੇਡਾ ਬਾਰੇ ਪੜ੍ਹ ਰਿਹਾ ਸੀਗਾ ਵੀ ਜਦੋਂ ਇੰਟਰਨਲ ਜਾਂ ਐਕਸਟਰਨਲ ਸਿਕਿਉਰਿਟੀ ਦਾ ਥ੍ਰੈਟ ਜ਼ਿਆਦਾ ਹੋਵੇ ਤੇ ਉਹਦੇ ਵਿੱਚ ਆਮ ਸਿਵਿਲੀਅਨ ਉਹਦਾ ਟਾਰਗੇਟ ਬਣਦਾ ਹੈ, ਤਾਂ ਆਮ ਸਿਵਿਲੀਅਨ ਇੱਕ ਸਟੇਜ ਤੇ ਖੁਦ ਪਾਰਟਿਸਿਪੇਟ ਕਰਨ ਨੂੰ ਤਿਆਰ ਹੋ ਜਾਂਦਾ ਹੈ, ਕਿਉਂਕਿ ਅਲਟੀਮੇਟਲੀ ਗਵਰਨਮੈਂਟ ਹਰੇਕ ਸਿਟੀਜ਼ਨ ਨੂੰ ਹਰੇਕ ਜਗ੍ਹਾ ਤੇ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰ ਸਕਦੀ, ਪਰ ਜੇ ਗਵਰਨਮੈਂਟ ਚਾਹੇ ਇੱਦਾਂ ਦਾ ਇੱਕ ਸਿਸਟਮ ਇਵੋਲਵ ਕਰ ਸਕਦੀ ਹੈ, ਇੱਕ ਇੱਦਾਂ ਦਾ ਮੈਕੈਨਿਜ਼ਮ ਇਵੋਲਵ ਕਰ ਸਕਦੀ ਹੈ ਜਿਹੜੇ ਪੋਟੈਂਸ਼ੀਅਲ ਟਾਰਗੇਟ ਨੇ, ਇਨੋਸੈਂਟ ਲੋਕੀ ਨੇ, ਉਹ ਆਪਣੀਆਂ ਸਰਵਿਸਿਜ਼ ਨੂੰ ਮਤਲਬ ਕਿ ਸਪਲਾਈ ਦੇ ਸਕਦੇ ਹੈ। ਤਾਂ ਇੱਦਾਂ ਦਾ ਕੋਈ ਕਮਿਊਨਿਟੀ ਬੇਸਡ ਜਾਂ ਨੇਬਰਹੁੱਡ ਬੇਸਡ ਜਾਂ ਸਿਟੀਜ਼ਨ ਬੇਸਡ ਮੈਕੈਨਿਜ਼ਮ ਇਵੋਲਵ ਹੋ ਸਕਦੇ ਹੈ ਜਿਹੜੇ ਇਨ ਕੋਆਰਡੀਨੇਸ਼ਨ ਵਿਦ ਸਿਕਿਉਰਿਟੀ ਫੋਰਸਿਸ ਵੀ ਉਹ ਉਸ ਜਗ੍ਹਾ ਨੂੰ ਸੇਫ ਕਰਨ 'ਚ ਹੈਲਪ ਕਰ ਸਕਦੇ ਹੈ। ਆਈ ਥਿੰਕ ਜਦੋਂ ਤੁਸੀਂ ਕਮਿਊਨਿਟੀ ਬੇਸਡ ਸਟਰਕਚਰ ਬਣਾਓਗੇ ਉਹ ਜ਼ਿਆਦਾ ਰਿਲਾਇਬਲ ਹੋਏਗਾ, ਜ਼ਿਆਦਾ ਮਤਲਬ ਕਿ ऑब्जेक्टिव होएगा, क्योंकि उन्होंने पता है भी टारगेट तो असी होना है जी। जानकी, एक जो मसला है कि हिंदुस्तान की जितनी बड़ी आबादी है या पूरी दुनिया में हर मुल्क में जितनी आबादी है, सारी आबादी की जो सुरक्षा है वो बंदूक के नाम पर तो नहीं की जा सकती, ना ही उनको 24 घंटे जहाँ पर भी जाएँ वहाँ पर तलाशियाँ की जा सकती हैं। लेकिन जो सुरक्षा है ये एक अहम सवाल तो है। तो इस जिस सिनेरियो में अभी हम हैं उसमें किस किस्म के इनिशिएटिव किस साइड से आने चाहिए? एक तो इसका नीजर जो रिएक्शन होगा टू स्टेप अप, जो सिक्योरिटी को स्टेप अप करके बहुत सारे टेस्ट्स करवाने के, मतलब बहुत सारे प्रोसीजर्स कराने के, वो मुझे लगता है कि वो प्रोडक्टिव नहीं है। और मुझे नीजर को हम ये भी कह सकते हैं ना कि जो विजिबल होगा, जो दिखने में ज़्यादा दिखेगा, और कैमराज एंड और वट। अभी जैसे हमें पता चला कि 17 न्यू कैमराज डाले गए थे बोधगया में ही, और उनमें से शायद एक में इमेजेस थे जिसमें कुछ शायद हो सकता है, अदरवाइज बाकी इमेजेस नहीं हैं। जो सर कह रहे थे कम्युनिटी पार्टनरशिप, वो इंटरेस्टिंग है, लेकिन उसमें भी डेंजर है। जैसे यूएस में जिस तरह से उन्होंने इंडिविजुअल्स को इन्वॉल्व, सिटीजन्स को इन्वॉल्व करने की कोशिश की, इफ़ यू सी समथिंग देन से समथिंग, उसमें इमीडिएट थिंग है कि आप उन पर शक करो जिन पर आप ऑलरेडी शक के नज़र से देख रहे हैं, तो वो इसका एक प्रॉब्लम हो सकता है। उसमें रेशियल प्रोफाइलिंग की एक बात आती है, उसमें प्रोफाइलिंग होगी, उसमें रिपोर्टिंग होगी। हमारे पास स्मॉल स्केल में यहाँ पर चंडीगढ़ में भी, जैसे वो बहुत पहले वैलेंटाइंस डे और रोमांस को लेकर हुआ था अबाउट मार्शल्स के, देन यू एंट्रस्ट पीपल कि आप उन शक की निगाहों से उनको देखो जहाँ पर आप ऑलरेडी बायस्ड हो। तो मुझे इसमें बहुत प्रॉब्लम लगता है कि व्हेन सिटीजन पार्टनरशिप या सिटीजन, इसको आप हम कैसे वर्कआउट करेंगे एक ऐसे समाज में जहाँ पर शक कम्युनिटीज़ के तरफ, लोगों के तरफ, कुछ हिस्सों के तरफ ऑलरेडी बहुत हाई है। ओके, तो व्हाट इज़ द रिएक्शन टू दैट? तो इसमें इनिशिएटिव सोचना, इसको लेकर सोचना है। और दूसरी बात यहाँ पर बहुत ज़रूरी है कि हेरिटेज के बारे में और जो हिस्ट्री के बारे में हमारे लोगों के पास क्या मतलब उस पर क्या वैल्यू हम प्लेस करते हैं। कि ये सिर्फ मुझे ये बोधगया वाला सिर्फ एक रिलीजियस
मॉन्यूमेंट को अटैक नहीं लग रहा है। ये इट्स ऑल्सो समथिंग अबाउट हाउ वी थिंक अबाउट हेरिटेज एंड हाउ वी थिंक अबाउट हिस्ट्री, एंड वो एक लार्जर सोशल सेंसिबिलिटी है, क्योंकि जिन्होंने भी अटैक किया होगा वो भी तो इसी देश के साथ कनेक्शन ये रखे होंगे। ये भंडारकर इंस्टीट्यूट के अटैक या किसी बाबरी मस्जिद के अटैक, उसमें देखना पड़ेगा कि हमारी हिस्टोरिकल सेंसिबिलिटी के बारे में क्या कहते ਜੀ ਤੁਸੀਂ ਸਾਰੇ ਅੱਜ ਦੀ ਚਰਚਾ ਵਿੱਚ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਲੱਗਦਾ ਕਿ ਆਪਾਂ ਸਵਾਲ ਕੋਈ ਸੁਲਝਾਇਆ ਤਾਂ ਨਹੀਂ, ਪਰ ਘੱਟੋ ਘੱਟ ਇਸ ਮੁਸ਼ਕਿਲ ਦੇ ਨਾਲ ਜੁੜੇ ਹੋਏ ਜਿਹੜੇ ਸਵਾਲ ਨੇ ਉਹ ਉਠਾਏ ਜ਼ਰੂਰ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਰੀਆਂ ਦਲੀਲਾਂ ਤੋਂ ਬਾਅਦ ਇੱਕੋ ਗੱਲ ਸਪਸ਼ਟ ਹੁੰਦੀ ਹੈ ਕਿ ਹਾਲਾਤ ਦਿਨੋਂ ਦਿਨ ਪੇਚੀਦਾ ਹੋ ਰਹੇ ਨੇ। ਇੱਕ ਮੁਲਕ ਵਿੱਚ ਹੋ ਰਹੀ ਸਰਗਰਮੀ ਦਾ ਅਸਰ ਦੂਜੇ ਮੁਲਕਾਂ ਉੱਤੇ ਪੈ ਰਿਹਾ ਹੈ। ਸਿਆਸਤਦਾਨਾਂ ਨੂੰ ਆਵਾਮ ਦੇ ਭਲੇ ਦੀਆਂ ਨੀਤੀਆਂ ਦੀ ਥਾਂ ਨਫ਼ਰਤ ਦੀ ਸਿਆਸਤ ਜ਼ਿਆਦਾ ਮਾਫਕ ਆਉਂਦੀ ਹੈ। ਸਰਕਾਰਾਂ ਲੋਕਾਂ ਦੀਆਂ ਜ਼ਰੂਰਤਾਂ ਉੱਤੇ ਖਰੀਆਂ ਨਹੀਂ ਉਤਰੀਆਂ, ਸੋ ਬੇਚੈਨੀ ਵੀ ਵੱਧ ਰਹੀ ਹੈ। ਇਹਨਾਂ ਹਾਲਾਤ ਦਾ ਲਾਹਾ ਮੂਲਵਾਦੀ ਸਿਆਸਤ ਵੀ ਲੈਂਦੀ ਹੈ ਅਤੇ ਅੱਤਵਾਦੀ ਜਥੇਬੰਦੀਆਂ ਵੀ। ਆਵਾਮ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਹਨਾਂ ਸਾਰੀਆਂ ਤੰਦਾਂ ਨੂੰ ਜੋੜ ਕੇ ਹੀ ਕੁਝ ਸਮਝ ਆ ਸਕਦਾ ਹੈ। ਨਮਸਕਾਰ, ਸਤਿ ਸ੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।